ਮੀਰਾ ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜਸਪ੍ਰੀਤ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਮੇਰਾ ਸਤਿਕਾਰ। ਅੱਛਾ ਮੀਰਾ, ਆਪਾਂ ਗੱਲ ਕਰਦੇ ਹਾਂ ਜੈਂਡਰ ਗੈਪ ਜਿਹੜਾ ਵਾ ਪੋਲੀਟਿਕਸ ਦੇ ਵਿੱਚ। ਤੁਸੀਂ ਜਿਹੜਾ ਇਹ 5 ਪੁਆਇੰਟ ਪ੍ਰੋਗਰਾਮ ਲੈ ਕੇ ਆਏ ਹੋ, ਇਹਦੀ ਮੈਂ ਤਾਰੀਫ ਕਰਨਾ ਚਾਹੁੰਦੀ ਹਾਂ। ਤੇ ਨਾਲ ਹੀ ਤੁਸੀਂ ਵੀ ਪੜ੍ਹਿਆ ਹੋਣਾ ਜੀ, ਵਰਲਡ ਇਕਨੋਮਿਕ ਫੋਰਮ ਦੀ ਵੀ ਇੱਕ ਰਿਪੋਰਟ ਆਈ ਹੈ ਜਿਹਦੇ ਹਿਸਾਬ ਨਾਲ ਕਿ ਜਿੰਨਾ ਜੈਂਡਰ ਗੈਪ ਇਸ ਟਾਈਮ ਪੋਲੀਟਿਕਸ ਦੇ ਵਿੱਚ ਹੈਗਾ, ਉਹਨੂੰ ਪੂਰੇ ਹੁੰਦੇ 145 ਸਾਲ ਲੱਗ ਜਾਣੇ। that's amazing, that's unbelievable, so unreal। ਇਹ ਜਿਹੜਾ ਤੁਸੀਂ ਬੀੜਾ ਚੱਕਿਆ ਬਹੁਤ ਵਧੀਆ ਗੱਲ ਹੈ ਜੀ। ਇਹਦੇ ਬਾਰੇ ਦੱਸੋ ਹੁਣ, ਜਿਹੜੇ ਤੁਸੀਂ 5 ਪੁਆਇੰਟ ਪ੍ਰੋਗਰਾਮ ਲੈ ਕੇ ਆਏ ਹੋ, ਇਲੈਕਟ ਹਰ ਵੂਮਨ ਇਨ ਦ ਪਾਰਲੀਮੈਂਟ ਆਫ ਕੈਨੇਡਾ ਕੈਂਪੇਨ, ਇਹਦੀ ਪੂਰੀ ਜਾਣਕਾਰੀ ਸਾਨੂੰ ਡਿਟੇਲ ਦੇ ਵਿੱਚ ਦਿਓ। ਹਾਂਜੀ, ਮੈਂ ਤੁਹਾਡੇ ਟਾਈਮ ਤੋਂ ਲਿਮਿਟ ਦੇ ਅਕੋਰਡਿੰਗਲੀ ਗੱਲ ਕਰਾਂਗੇ। ਤੇ ਮੈਂ ਥੋੜੀ ਪਹਿਲਾਂ ਮੈਨੂੰ ਲੱਗਦਾ ਵੀ ਹਿਸਟਰੀ ਦੀ ਥੋੜੀ ਜਿਹੀ ਆਪਾਂ ਦੱਸਦੀਏ ਤਾਂ ਕਿ ਪਤਾ ਲੱਗੇ ਕਿ ਔਰਤਾਂ, ਪਹਿਲਾ ਸਵਾਲ ਤਾਂ ਇਹੀ ਚਾਹੁੰਦਾ ਨਾ ਵੀ ਸ਼ਾਇਦ ਔਰਤਾਂ ਆਉਣਾ ਨਹੀਂ ਚਾਹੁੰਦੀਆਂ ਜਾਂ ਕੇਪੇਬਲ ਨਹੀਂ, ਇਹਨਾਂ ਨੂੰ ਪਤਾ ਨਹੀਂ ਹੈ ਨਾ। ਤੇ ਮੈਨੂੰ ਲੱਗਦਾ ਕਿ ਪਹਿਲਾਂ ਆਪਾਂ ਜਿਹੜੇ ਤੁਹਾਡੇ ਦੇਖਣ ਸੁਣਨ ਵਾਲੇ ਉਹਨਾਂ ਨੂੰ ਇਹ ਕਹਿ ਦਈਏ ਕਿ 100 ਸਾਲ ਦੀ ਸਟਰਗਲ ਤੋਂ ਬਾਅਦ 1820 ਤੋਂ ਲੈ ਕੇ 1920 ਤੱਕ all over the globe, ਜਿੱਥੇ ਜਿੱਥੇ ਸੀ, ਭਾਵੇਂ ਆਸਟ੍ਰੇਲੀਆ, ਅਮਰੀਕਾ, ਇਨਕਲੂਡਿੰਗ ਇਨ ਇੰਡੀਆ ਦੇ ਵਿੱਚ ਆਪਾਂ ਔਰਤਾਂ ਨੇ ਲੜ ਕੇ ਸਿਰਫ ਵੋਟ ਕਰਨ ਦਾ ਹੱਕ ਲਿਆ। ਤਾਂ ਤੁਸੀਂ 1820 ਦੇ ਵਿੱਚ ਵੀ ਔਰਤ ਨੂੰ ਪਤਾ ਸੀ ਪੋਲੀਟਿਕਸ ਕੀ ਹੈ, ਉਸਨੂੰ ਇਹ ਪਤਾ ਸੀ ਕਿ ਮੈਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ ਕਿਉਂਕਿ ਮੈਂ ਵੀ ਉਸੇ ਤਰ੍ਹਾਂ ਇਕੋਨਮੀ ਦੇ ਵਿੱਚ ਕੰਟਰੀਬਿਊਟ ਕਰ ਰਹੀ ਹਾਂ ਜਿਸ ਤਰ੍ਹਾਂ ਕਿ ਕੋਈ ਮਰਦ ਕਰ ਰਿਹਾ। ਸੋ ਕਿਸੇ ਨੂੰ ਵੀ ਜੇ ਇਹ ਵਹਿਮ ਹੈ ਕਿ ਔਰਤ ਨੂੰ ਪੋਲੀਟੀਕਲ ਹੱਕ ਨਹੀਂ ਚਾਹੀਦੇ ਜਾਂ ਉਸਨੇ ਕਦੇ ਇਹੋ ਜਿਹੀਆਂ ਲੜਾਈਆਂ ਨਹੀਂ ਲੜੀਆਂ ਜਾਂ ਉਹ ਜੇਲ੍ਹਾਂ 'ਚ ਨਹੀਂ ਗਈਆਂ ਜਾਂ ਉਹਨਾਂ ਨੇ ਕੁੱਟਾਂ ਨਹੀਂ ਖਾਧੀਆਂ ਜਾਂ ਉਹਨਾਂ ਨੇ ਘਰੋਂ ਜਾਂ ਬਾਹਰੋਂ ਹਰਾਸਮੈਂਟ ਨਹੀਂ ਕੀਤੀ ਜਿਹੜੀ ਜਿਉਈ, ਇਹ ਆਪਣਾ ਸ਼ਾਇਦ ਇਹ ਆਪਣੀ ਕਮੀ ਹੈ ਕਿ ਅੱਜ ਦੀਆਂ ਔਰਤਾਂ ਜਾਂ ਅੱਜ ਦੇ ਲੋਕ ਜਿਹੜੇ ਆ ਆਪਾਂ ਹਿਸਟਰੀ ਨੂੰ ਪੜ੍ਹ ਨਹੀਂ ਰਹੇ। ਤਾਂ ਇਸ ਕਰਕੇ ਪਹਿਲੀ ਤਾਂ ਅਵੇਕਨਿੰਗ ਉਹ ਬਹੁਤ ਜ਼ਰੂਰੀ ਹੈ। ਮਦਰਾਸ ਦੇ ਵਿੱਚ ਜਿੱਦਾਂ 1919 ਦੀ ਗੱਲ ਹੈ ਕਿ 1921 ਦੇ ਵਿੱਚ ਜਦੋਂ ਮਦਰਾਸ ਦੀਆਂ ਪਹਿਲਾਂ ਔਰਤਾਂ ਸੀ ਜਿਨ੍ਹਾਂ ਨੇ ਵੋਟ ਲੈਣ ਦੀ ਹੱਕ ਲਿਆ ਮਦਰਾਸ ਦੇ ਵਿੱਚ 1920, ਠੀਕ ਹੈ ਜੀ। ਉਹਨਾਂ ਸੇਮ ਹੀ ਗਿਵ ਐਂਡ ਟੇਕ ਉਸੇ 1920 ਦੇ ਨੇੜੇ ਤੇੜੇ ਮੈਨੀਟੋਬਾ ਪਹਿਲਾ ਪ੍ਰੋਵਿੰਸ ਸੀ ਜਿਸ ਨੇ 1914 ਦੇ ਵਿੱਚ ਕਿੰਨੀਆਂ ਹੀ ਲੇਡੀਜ਼ ਜਿਹੜੀਆਂ ਉਹਨਾਂ ਦੇ ਲੈਜਿਸਲੇਚਰ ਦੇ ਬਾਹਰ ਖੜੀਆਂ ਹੋ ਕੇ ਉਹਨਾਂ ਨੇ ਆਪਣਾ ਪ੍ਰੋਟੈਸਟ ਕੀਤਾ। 1915 ਦੇ ਵਿੱਚ 40,000 ਔਰਤਾਂ, ਕਹਿਣਾ ਸੌਖਾ, ਅੱਜ 10 ਔਰਤਾਂ ਤੋਂ ਸਿਗਨੇਚਰ ਕਰਾਉਣੇ ਹੁਣ ਔਖੇ ਹੋ ਜਾਂਦੇ ਆ ਕਈ ਵਾਰੀ, ਠੀਕ ਹੈ, ਮਰਦਾਂ ਤੋਂ ਵੀ। ਉਦੋਂ 40,000 ਤਕਰੀਬਨ ਔਰਤਾਂ ਨੇ ਸਾਈਨ ਕਰਕੇ ਪਟੀਸ਼ਨ ਕੀਤੀ ਕਿ ਸਾਨੂੰ ਵੋਟ ਦਾ ਹੱਕ ਦਿਓ। 1916 ਦੇ ਵਿੱਚ ਮੈਨੀਟੋਬਾ ਦੀਆਂ ਔਰਤਾਂ ਸੀ ਜਿਹਨ ਪਹਿਲਾ ਪ੍ਰੋਵਿੰਸ ਸੀ ਜਿਸ ਦੇ ਵਿੱਚ ਔਰਤਾਂ ਨੂੰ ਹੱਕ ਮਿਲਿਆ ਵੋਟ ਪਾਉਣ ਦਾ। ਸੋ ਆਪਾਂ ਹਿਸਟਰੀ ਨੂੰ ਜਦੋਂ ਜਾਣਾਂਗੇ ਤੇ ਆਪਾਂ ਆਪਣੇ ਆਪ ਦੇ ਵਿੱਚ ਪਾਵਰ ਮਹਿਸੂਸ ਕਰਾਂਗੇ ਕਿ ਅਸੀਂ ਅੱਜ ਦੀਆਂ ਕੋਈ ਕੋਈ ਅਣਜਾਣ ਔਰਤਾਂ ਨਹੀਂ ਜਿਹਨਾਂ ਨੂੰ ਹੁਣੇ ਪਤਾ ਲੱਗਿਆ ਵੀ ਹਾਏ 145 ਸਾਲ ਲੱਗਣੇ ਆ ਹਜੇ ਸਾਨੂੰ ਪਤਾ ਕਿ ਅਸੀਂ ਕਿਸ ਤਰ੍ਹਾਂ 100 ਸਾਲ ਇਸ ਹੱਕ ਦੇ ਲਈ, ਸਿਰਫ ਵੋਟ ਪਾਉਣ ਦੇ ਹੱਕ ਦੇ ਲਈ ਲੜੇ ਆ। ਤੇ ਹੁਣ ਉਸ ਤੋਂ ਬਾਅਦ ਜਿਹੜਾ ਅਗਲਾ ਹੱਕ ਆਪਾਂ ਜਿਹੜਾ ਆਪਾਂ ਅੱਜ ਸਵਾਲ ਕਰ ਰਹੇ ਹਾਂ ਕਿ ਸਾਨੂੰ ਜੈਂਡਰ ਇਕੁਐਲਿਟੀ ਜਿਹੜੀ ਹੈ ਉਹ ਲੀਡਰਸ਼ਿਪ ਦੇ ਵਿੱਚ ਵੀ ਦਿੱਤੀ ਜਾਵੇ, ਰਾਈਟ ਫਰੋਮ ਦ ਪਾਰਲੀਮੈਂਟ ਟੂ ਡਾਊਨ ਟੂ ਦ ਐਨੀ ਆਫ ਦ ਸੋਸਾਇਟੀਜ਼ ਆਰਗੇਨਾਈਜੇਸ਼ਨਸ ਦੈਟ ਵੀ ਹੈਵ ਐਟ ਦ ਗਰਾਊਂਡ ਲੈਵਲ। ਇਟ ਇਜ਼ ਇਨਕ੍ਰੈਡੀਬਲ ਮੀਰਾ। ਮੈਨੂੰ ਏਦਾਂ ਲੱਗ ਰਿਹਾ ਕਿ ਬੜਾ ਮਾਣ ਮਹਿਸੂਸ ਹੋ ਰਿਹਾ। 2 women of color and sitting in Canada, they are talking about women in politics. Yes. It is incredible. Yes. That is so if somebody is looking for credible ਔਰਤਾਂ ਹੈ ਨਹੀਂ ਗੀਆਂ ਕਿ ਕੀ ਲੋਕਾਂ ਨੂੰ ਕੀ ਔਰਤਾਂ ਦੀ ਜ਼ਬਾਨ ਹੈ ਨਹੀਂ ਕਿ ਕੀ ਔਰਤਾਂ ਕੋਲ ਸਮਝ ਨਹੀਂ ਗੱਲ ਕਰਨ ਦੀ, we too right now in this particular moment ਐਗਜ਼ਾਮਪਲ ਆ ਕਿ ਸਾਨੂੰ ਆਪਣੇ ਹੱਕਾਂ ਤੋਂ ਜਾਗਰੂਕਤਾ, ਸਾਨੂੰ ਇਹ ਪਤਾ ਕਿ ਸਾਡੀਆਂ ਬੱਚੀਆਂ ਨੂੰ ਅੱਗੇ ਅਸੀਂ ਕਿਹੋ ਜਿਹਾ ਮਾਹੌਲ ਦੇਣਾ ਚਾਹੁੰਦੇ ਹਾਂ, ਕਿਹੋ ਜਿਹਾ ਦੇਸ਼ ਛੱਡਣਾ ਚਾਹੁੰਦੇ ਹਾਂ, ਸਾਨੂੰ ਇੱਥੇ ਇਸ ਗੱਲ ਦਾ ਅਹਿਸਾਸ ਹੈ। ਅੱਛਾ ਮੇਰਾ, ਇੰਡੀਆ ਦੇ ਵਿੱਚ ਤਾਂ ਰਿਜ਼ਰਵੇਸ਼ਨ ਦੀ ਵੀ ਗੱਲ ਹੁੰਦੀ ਹੈ, 33% ਰਿਜ਼ਰਵ ਸੀਟਸ ਰੱਖੀਆਂ ਜਾਣ ਪੋਲੀਟਿਕਸ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਔਰਤਾਂ ਵਾਸਤੇ, ਬਟ ਹੋਇਆ ਕੁਛ ਨਹੀਂ। ਉਹ ਇੱਕ ਬਿੱਲ ਪੇਸ਼ ਹੋਇਆ, ਉਹ ਬਿੱਲ ਵਿੱਚ ਹੀ ਰਹਿ ਗਿਆ 10 ਸਾਲ, ਉਹ ਬਿੱਲ ਤੇ ਕੋਈ ਕੰਮ ਵੀ ਨਹੀਂ ਹੋਇਆ। ਤੇ ਹੁਣ ਉੱਥੇ ਮੈਂ ਪੜ੍ਹ ਰਹੀ ਸੀ, ਇੰਡੀਆ ਦੇ ਵਿੱਚ ਵੂਮਨ ਲੈਡ ਆਰਗੇਨਾਈਜੇਸ਼ਨ ਸਾਹਮਣੇ ਆਈਆਂ ਨੇ, NGOs ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ, ਤੇ ਉਹ ਕਹਿ ਰਹੀਆਂ ਨੇ ਕਿ ਅਸੀਂ ਔਰਤਾਂ ਨੇ ਜੇ ਪੋਲੀਟਿਕਸ ਦੇ ਵਿੱਚ ਜਾਣਾ, ਅਸੀਂ ਉਹਨਾਂ ਨੂੰ ਕ੍ਰੈਸ਼ ਕੋਰਸ ਕਰਾਇਆ ਕਰਾਂਗੇ। ਡੂ ਯੂ ਥਿੰਕ ਕਿ ਕੈਨੇਡਾ ਦੇ ਵਿੱਚ ਇਹੋ ਜਿਹੇ ਕ੍ਰੈਸ਼ ਕੋਰਸਿਸ ਦੀ ਜ਼ਰੂਰਤ ਪੈ ਜਾਣੀ ਹੈ? ਦੇਖੋ, ਹੁਣ ਤੁਸੀਂ ਤੇ ਮੈਂ ਬੈਠੇ ਗੱਲਾਂ ਕਰਦੇ ਹਾਂ ਤੇ ਕਿੰਨੇ ਹੀ ਘਰੇ ਬੈਠੀਆਂ ਹੋਰ ਆਪਣੇ ਤੋਂ ਵੀ ਸਿਆਣੀਆਂ ਬਿਹਤਰ ਔਰਤਾਂ ਬੈਠੀਆਂ ਹੋਣਗੀਆਂ ਜਿਹੜੀਆਂ ਕਹਿੰਦੇ ਹੋਣਗੇ ਵੀ ਇਹ ਦੋਨੇ ਕੀ ਗੱਲਾਂ ਕਰਦੀਆਂ, ਤੁਹਾਨੂੰ ਤਾਂ ਪਤਾ ਇੱਥੇ ਕੀ ਹੋ ਰਿਹਾ, ਅਸੀਂ ਤਾਂ ਇਲੈਕਸ਼ਨਸ ਵੀ ਲੜ ਚੁੱਕੇ ਹਾਂ, ਅਸੀਂ ਤਾਂ ਇਲੈਕਸ਼ਨ 'ਚ ਸਪੋਰਟ ਵੀ। ਸੋ ਹਜ਼ਾਰਾਂ ਇਹੋ ਜਿਹੀਆਂ ਔਰਤਾਂ ਹੋਣਗੀਆਂ ਜਿਨ੍ਹਾਂ ਨੂੰ ਇਸ
ਇਸ ਚੀਜ਼ ਦੀ ਪਤਾ ਕਿ ਇਹ ਘਾਟ ਹੈ ਤੇ ਦੇ ਆਰ ਕੁਆਇਟ ਕੈਪੇਬਲ, ਸੋ ਦੇयर इज नो ਨੀਡ ਟੂ ਗੈਟ ਅ ਕ੍ਰੈਸ਼ ਕੋਰਸ। ਜਿੱਦਾਂ 300 350 ਔਰਤ ਚਾਹੀਦੀ ਹੈ, ਜੇ ਹਰ ਇੱਕ ਸੀਟ ਤੇ ਵੀ ਪਾਰਲੀਮੈਂਟ ਦੇ ਵਿੱਚ ਆਪਾਂ ਇੱਕ ਔਰਤ ਬਿਠਾਣੀ ਹੋਵੇ, ਪੂਰੇ ਕੈਨੇਡਾ ਦੇ ਵਿੱਚੋਂ ਆਪਾਂ ਨੂੰ ਕ੍ਰੈਡੀਬਲ 370 ਕਾਰਕਨਾਂ ਦੇ ਨੇੜੇ ਲੋੜ ਹੈ। ਕੀ ਆਪਾਂ ਇੰਨੇ ਨਾ ਗੁਜ਼ਰੇ ਹਾਂ ਕਿ ਆਪਣੇ ਕੋਲ ਇੰਨੀਆਂ ਔਰਤਾਂ ਵੀ ਨਹੀਂ ਹੋਣਗੀਆਂ? ਫਿਰ ਗੱਲ ਇਹ ਕਰੀਏ ਕਿ ਕੀ ਇੱਕ ਕਨਸਟੀਚੁਐਂਸੀ ਦੇ ਵਿੱਚ 60 ਤੋਂ 70 ਹਜ਼ਾਰ ਵੋਟਰਸ ਹੁੰਦੇ ਆ, ਉਹਦੇ ਵਿੱਚੋਂ ਘੱਟੋ ਘੱਟ 30 ਤੋਂ 35 ਹਜ਼ਾਰ ਔਰਤਾਂ ਆ ਇੱਕ ਰਾਈਡਿੰਗ, ਜਿਹੜੀ ਵੀ ਰਾਈਡਿੰਗ 'ਚ ਆਪਣੇ ਬੈਠੇ ਜਿਹੜੇ ਤੁਹਾਡੇ ਲਿਸਨਰਸ ਤੇ ਵਿਊਅਰਸ ਨੇ, ਉਹਨਾਂ ਨੂੰ ਕਹੋ ਵੀ 30 ਹਜ਼ਾਰ ਔਰਤਾਂ ਦੇ ਵਿੱਚ ਅਸੀਂ ਐਡੇ ਕੁ ਮਤਲਬ ਵਾਹਿਆਤ ਕਿਸਮ ਦੀ ਸਾਡੀ ਐਜੂਕੇਸ਼ਨ ਸਿਸਟਮ ਹੋ ਗਿਆ, ਸੋਸ਼ਲ ਸਿਸਟਮ ਹੋ ਗਿਆ, ਪੋਲੀਟੀਕਲ ਸਿਸਟਮ ਹੋ ਗਿਆ ਕਿ 30 ਹਜ਼ਾਰ ਔਰਤਾਂ ਦੇ ਵਿੱਚ ਅਸੀਂ 5 ਔਰਤਾਂ ਨਹੀਂ ਲੱਭ ਸਕਦੇ ਜਿਹੜੀਆਂ ਔਨ ਗੋਇੰਗ ਜਿਹੜੀਆਂ ਪਾਰਟੀਆਂ ਨੇ, ਉਹਨੂੰ ਉਹਦੇ ਲਈ ਅਸੀਂ ਕੈਂਡੀਡੇਟ, ਅਸੀਂ ਐਡਾ ਬੁਰਾ ਹਾਲ ਹੈ ਕੀ? ਜਾਂ ਇਹ ਸੱਚ ਨਹੀਂ ਹੈ, ਇਹ ਸੱਚ ਹੈ ਕਿ ਔਰਤਾਂ ਕੇਪੇਬਲ ਨੇ। ਇਹ ਹੈ ਕਿ ਉਹ ਪੋਲੀਟੀਕਲ ਪ੍ਰੋਸੈਸ ਜਿਹੜਾ ਉਹਨਾਂ ਨੂੰ ਸਿਲੈਕਟ ਕਰ ਰਿਹਾ, ਉਹਨਾਂ ਨੂੰ ਉੱਥੇ ਉਹਨਾਂ ਨੂੰ ਈਵਨ ਕੈਂਡੀਡੇਸੀ ਤੱਕ ਲੈ ਕੇ ਆ ਰਿਹਾ, ਉਸ ਪ੍ਰੋਸੈਸ ਦੇ ਵਿੱਚ ਕਿਤੇ ਕਮੀ ਹੈ। ਇਹ ਜ਼ਿਆਦਾ ਬਿਹਤਰ ਐਨਾਲਿਸਿਸ ਲੱਗਦਾ, ਕਿਉਂਕਿ ਮੈਨੂੰ ਲੱਗਦਾ ਕਿ ਨਹੀਂ ਤਾਂ ਸਾਡੇ ਤੇ ਬਹੁਤ ਜ਼ਿਆਦਾ ਵੱਡੀ ਲਾਹਨਤ ਹੋ ਜਾਣੀ ਹੈ ਕਿ ਅਸੀਂ ਔਰਤਾਂ ਨੂੰ ਉਹ ਥਾਂ ਨਹੀਂ ਦਿੱਤੀ, ਉਹ ਐਜੂਕੇਸ਼ਨ ਨਹੀਂ ਦਿੱਤੀ, ਹੁਣ ਅਸੀਂ ਕ੍ਰੈਸ਼ ਕੋਰਸ ਕਰੀਏ ਕੁਇਕਲੀ ਕਿਉਂਕਿ ਅਸੀਂ ਇਹਨਾਂ ਨੂੰ ਮਤਲਬ ਕਮੜੀਆਂ ਕਰਕੇ ਰੱਖਿਆ ਹੋਇਆ, ਅੱਖਾਂ ਤੇ ਕੰਨਾਂ ਤੇ ਪੱਟੀਆਂ ਬੰਨੀਆਂ। ਮੈਨੂੰ ਇਹ ਜ਼ਿਆਦਾ ਬਿਹਤਰ ਲੱਗਦਾ ਕਿ ਆਪਾਂ ਇਹ ਕਹੀਏ ਕਿ ਸਾਡੇ ਕੋਲੇ ਕ੍ਰੈਡੀਬਲ ਔਰਤਾਂ ਹੈਗੀਆਂ, ਅਸੀਂ ਉਹਨਾਂ ਨੂੰ ਨੋਮੀਨੇਸ਼ਨ ਤੱਕ ਲੈ ਕੇ ਆਉਣਾ, ਅਸੀਂ ਉਹਨਾਂ ਨੂੰ ਕੈਂਡੀਡੇਸੀ ਤੱਕ ਪਹਿਲਾਂ ਜਿਹੜਾ ਲੈ ਕੇ ਆਉਣਾ, ਉੱਥੇ ਇੰਪੋਰਟੈਂਟ ਪਾਰਟੀ ਹੈ ਕਿ ਅਸੀਂ ਉੱਥੇ ਲੈ ਕੇ ਆਉਣਾ। ਇਟਸ ਇਨ ਫੈਕਟ ਵੈਰੀ ਗੁੱਡ। ਤੁਹਾਡਾ ਜਿਹੜਾ ਐਨਾਲਿਸਿਸ ਆ, ਮੈਂ ਇਹਨੂੰ ਬਿਹਤਰ ਮੰਨਦੀ ਹਾਂ ਕਿਉਂਕਿ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਔਰਤਾਂ ਹੈਗੀਆਂ ਨੇ, ਕ੍ਰੈਡੀਬਲ ਔਰਤਾਂ ਹੈਗੀਆਂ ਨੇ। ਇਟ ਇਜ਼ ਦ ਸਿਸਟਮ ਫੇਲੀਅਰ, ਇਟ ਇਜ਼ ਨਾਟ ਵੂਮਨ ਫੇਲੀਅਰ, ਰਾਈਟ? ਜੇ ਸਾਨੂੰ ਲੋਕ ਆ ਕੇ ਪੁੱਛਦੇ ਨੇ, ਸਟੀਰੀਓਟਾਈਪ ਕਰਦੇ ਨੇ ਔਰਤਾਂ ਨੂੰ ਕਿ ਇਹਨਾਂ ਨੂੰ ਤਾਂ ਪੋਲੀਟਿਕਸ 'ਚ ਇੰਟਰਸਟ ਹੈ ਨਹੀਂ, ਇਹ ਤਾਂ ਪੋਲੀਟਿਕਸ ਬਾਰੇ ਜਾਣਦੀਆਂ ਨਹੀਂ ਹੈਗੀਆਂ। ਇਟਸ ਨਥਿੰਗ ਲਾਈਕ ਦੈਟ, ਵੀ ਨੋ ਅਬਾਊਟ ਪੋਲੀਟਿਕਸ, ਵੀ ਕੈਨ ਟਾਕ ਅਬਾਊਟ ਇਟ, ਰਾਈਟ? ਅੱਛਾ ਮੀਰਾ, ਇਹ ਵੀ ਕਹਿੰਦੇ ਨੇ ਕਿ ਔਰਤਾਂ ਵਾਸਤੇ ਸਪੋਰਟ ਜੁਟਾਉਣੀ ਤਾਂ ਮੇਬੀ ਈਜ਼ੀ ਆ, ਪਰ ਸਪੋਰਟ ਨੂੰ ਵੋਟ ਦੇ ਵਿੱਚ ਕਨਵਰਟ ਕਰਨਾ ਔਖਾ ਹੋ ਜਾਂਦਾ। ਡੂ ਯੂ ਐਗਰੀ ਵਿਦ ਦੈਟ? ਐਵੇਂ ਵਹਿਮ ਕ੍ਰੀਏਟ ਕੀਤੇ ਹੋਏ ਜੀ ਇਹਨਾਂ ਨੇ। ਆਨੈਸਟਲੀ ਮੈਂ ਵਿਦਆਊਟ ਮੈਂਸ਼ਨਿੰਗ ਨੇਮਸ, ਇੱਕ ਵਾਰੀ ਮੇਰੇ ਨਾਲ ਗੱਲ ਹੋ ਰਹੀ ਸੀ ਕੋਈ ਜਿਹੜੇ ਵੱਡੇ ਪੋਲੀਟੀਕਲ ਪਾਰਟੀ ਦੇ ਹੈਡ ਨੇ, ਤੇ ਉਹ ਕਹਿੰਦੇ ਮੀਰਾ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਵੀ ਪੋਲੀਟੀਕਲ ਇਕੁਐਲਿਟੀ ਦੀ ਹੈਗੀ ਆ, ਪਰ ਜਦੋਂ ਜੇ ਅਸੀਂ ਹਾਲ ਭਰਨਾ ਹੋਵੇ ਨਾ ਤਾਂ ਮਰਦ ਝੱਟ ਦੇਣੇ ਹਾਲ ਭਰ ਦਿੰਦੇ ਤੇ ਔਰਤਾਂ ਤੋਂ ਭਰ ਨਹੀਂ ਹੋਣੇ। ਅੱਛਾ ਜੀ, ਮੈਂ ਉਹਦਾ ਜਵਾਬ ਇਸ ਕਰਕੇ ਦਿੰਦੇ ਹਾਂ ਕਿ ਜਦੋਂ ਤੁਸੀਂ ਕਿਸੇ ਕ੍ਰੈਡੀਬਲ ਪੋਜੀਸ਼ਨ ਤੇ ਔਰਤ ਨੂੰ ਲੈ ਕੇ ਆਓਗੇ ਤੇ ਉਸ ਪੋਜੀਸ਼ਨ ਨੂੰ ਲੈ ਕੇ ਆਵਾਜ਼ ਮਾਰੂਗੀ, ਜਿਸ ਥਾਈਂ ਲੋਕਾਂ ਨੂੰ ਆਸ ਹੋਵੇ ਕਿ ਉਸਨੇ ਸਮਾਜ ਨੂੰ ਬਿਹਤਰ ਬਣਾਉਣ ਤੇ ਉਸ ਕੋਲੇ ਹੱਕ ਨੇ, ਉਹਦੇ ਕੋਲ ਪਾਵਰ ਹੈ, ਉਹਦੇ ਕੋਲ ਪ੍ਰੈਜ਼ੈਂਸ ਆ, ਤਾਂ ਜਿਹੜੇ ਲੋਕ ਹੈ ਆਪਣੇ ਕਮਲੇ ਨਹੀਂ। ਆਪਾਂ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਅੰਡਰ ਐਸਟੀਮੇਟ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਕਿ ਆਪਾਂ ਆਪਣੇ ਆਪ ਤੇ ਸਵਾਲ ਕਰ ਰਹੇ ਹਾਂ ਕਿ ਅਸੀਂ ਆਪਣੀਆਂ ਔਰਤਾਂ ਤੇ ਮਾਣ ਨਹੀਂ ਕਰਦੇ, ਅਸੀਂ ਜੈਂਡਰ ਤੇ ਫੋਕਸ ਕਰ ਰਹੇ ਹਾਂ ਇੰਸਟੈਡ ਆਫ ਦ ਕੈਪੇਬਿਲਿਟੀ ਐਜ਼ ਵੈਲ ਐਜ਼ ਦ ਪੋਜੀਸ਼ਨ। ਸੋ ਮੈਨੂੰ ਲੱਗਦਾ ਕਿ ਹਰ ਵਾਰੀ ਜਦੋਂ ਇਹ ਸਵਾਲ ਆਪਣੇ ਵੱਲ ਆਉਂਦਾ, ਆਪਾਂ ਨੂੰ ਇਹ ਮੋੜ ਕੇ ਲੋਕਾਂ ਤੱਕ ਵਾਪਸ ਜਾਣਾ ਚਾਹੀਦਾ ਕਿ ਕੀ ਅਸੀਂ 2021 ਦੇ ਵਿੱਚ ਇੰਨੇ ਗਏ ਗੁਜ਼ਰੇ ਹਾਂ ਕਿ ਅਸੀਂ ਹਜੇ ਵੀ ਜੈਂਡਰ ਦੇਖਦੇ ਹਾਂ, ਕਿ ਹਜੇ ਸਾਨੂੰ ਕ੍ਰੈਡੀਬਿਲਿਟੀ, ਅਸੀਂ ਕ੍ਰੈਡੀਬਲ ਬੰਦਾ ਨਹੀਂ ਦੇਖ ਰਹੇ ਸੀ, ਸਿਰਫ ਇੱਕ ਬੰਦਾ ਦੇਖ ਰਹੇ ਹਾਂ। ਇਹਦਾ ਮਤਲਬ ਹੈ ਕਿ ਬੰਦਿਆਂ 'ਚ ਕੋਈ ਕ੍ਰੈਡੀਬਿਲਿਟੀ ਨਹੀਂ ਹੈ। ਅਸੀਂ ਕ੍ਰੈਡੀਬਿਲਿਟੀ ਪਿੱਛੇ ਨਹੀਂ ਕੱਟ ਕਰਦੇ ਉਹਨਾਂ ਲਈ, ਉਹ ਇਸੇ ਕਰਕੇ ਕੱਟ ਕਰਦੇ ਹਾਂ ਕਿਉਂਕਿ ਉਹ ਬੰਦੇ ਆ। ਕੀ ਉਹ ਰੈਡੀ ਨੇ ਇਸ ਗੱਲ ਨੂੰ ਐਕਸੈਪਟ ਕਰਨ ਦੇ ਲਈ? ਜੇ ਉਹ ਰੈਡੀ ਨੇ ਫਿਰ ਆਪਾਂ ਕ੍ਰੈਸ਼ ਕੋਰਸ ਵੀ ਲੈ ਲਾਂਗੇ, ਫਿਰ ਆਪਾਂ ਹੋਰ ਬਹੁਤ ਜਿਹੜੀਆਂ ਚੀਜ਼ਾਂ ਹੋਰ ਕਰਨਾ ਚਾਹੁੰਦੇ ਆ ਇਹ, ਤੇ ਆਪਾਂ ਉਸ ਚੀਜ਼ ਨੂੰ ਵੀ ਐਕਸੈਪਟ ਕਰ ਲਵਾਂਗੇ। ਅੱਛਾ ਮੀਰਾ, ਤੁਸੀਂ ਮੰਗ ਕੀਤੀ ਹੈ 2 ਟਰਮਸ ਦੀ, ਖਾਸ ਕਰਕੇ ਤੁਸੀਂ ਮੈਂਸ਼ਨ ਕੀਤਾ 2 ਟਰਮਸ। ਇਹ 2 ਟਰਮਸ ਦੀ ਮੰਗ ਦਾ ਕੀ ਮਤਲਬ ਹੈ? ਆਪਾਂ ਇਹ ਕਹਿੰਦੇ ਜੀ ਕਿ ਦੇਖੋ, ਇਸ ਨੂੰ ਜੇ ਆਪਾਂ ਪਿਛਲੇ ਆਪਣੇ ਇੰਡੀਆ ਦੇ ਵਿੱਚ ਵੀ ਦੇਖੀਏ ਜਾਂ ਇੱਥੇ ਵੀ ਜਾਂ ਜਿੱਥੇ ਵੀ ਪੋਲੀਟੀਕਲ ਸਿਸਟਮ ਨੂੰ ਦੇਖਦੇ ਹਾਂ, ਜਦੋਂ ਵੀ ਕਿਤੇ 2 ਟਰਮ ਤੋਂ ਵੱਧ, ਜਿੱਥੇ ਕਿਤੇ ਟਰਮ ਮਤਲਬ ਜਿੱਥੇ ਟਰਮ ਨਹੀਂ ਨੀਅਤ ਹੈ, ਜਿੱਥੇ ਕੋਈ 4 5 6 7 ਟਰਮਾਂ ਕੋਈ ਕਰ ਰਿਹਾ, ਉਹ ਇਹ ਨਹੀਂ ਕਹੂੰਗੀ ਕਿ ਸਾਰਿਆਂ ਲਈ ਸੱਚ ਹੈ, ਪਰ ਉਹ ਇਉਂ ਲੱਗਦਾ ਜਿੱਦਾਂ ਉਹਨਾਂ ਨੇ ਰਿਆਸਤ ਬਣਾ ਲਈ ਹੋਵੇ ਆਪਣੀ, ਕਿ ਇਹ ਹੁਣ ਮੇਰਾ ਰਾਜ ਹੈ ਤੇ ਆਪਾਂ ਖੇਡਾਂਗੇ ਜਿਵੇਂ ਅਸੀਂ ਖੇਡਾਂਗੇ। ਜੇ ਇਹ ਸੱਚ ਨਹੀਂ ਹੈ, ਜੇ ਤੁਸੀਂ ਇਸ ਕਰ ਨੂੰ ਵਾਕਈ ਤੁਹਾਡੇ ਯੂ ਆਰ ਐਨ ਇੰਟੈਲੀਜੈਂਟ ਵੂਮਨ ਔਰ ਅ ਮੈਨ or you relate with any other gender, but you have a credible things to offer, then you have 8 years. ਕੋਈ ਵੀ ਇਨਸਾਨ ਕਿਸੇ ਵੀ ਆਰਗੇਨਾਈਜੇਸ਼ਨ ਤੇ ਕੰਮ ਕਰ ਰਿਹਾ ਹੋਵੇ, ਹੈ ਨਾ, ਜਿਸ ਤਰ੍ਹਾਂ ਕਿ ਹੁਣ ਆਪਾਂ ਚੈਰਿਟੀ ਜਿਹੜੀ ਆਵਰ ਗਲੋਬਲ ਵਿਲੇਜ ਹੈ ਉਸ ਤੇ ਕੰਮ ਕਰਦੇ ਹਾਂ, ਕਿ ਮੈਂ ਤੁਹਾਨੂੰ ਉੱਥੋਂ ਦੇ ਪਰਸਨਲ ਐਕਸਪੀਰੀਅੰਸ ਤੋਂ ਦੱਸਦੀ ਹਾਂ
ਕਿ ਜੇ ਮੈਂ ਜਾਂ ਕੋਈ ਵੀ ਜਿਹੜਾ ਆਪਣੇ ਬਸ਼ਰ ਨਾਲ ਆ ਕੇ ਕੰਮ ਕਰਦਾ, ਜੇ ਉਸਨੇ 8 ਸਾਲਾਂ ਦੇ ਵਿੱਚ ਆਪਣਾ ਬੈਸਟ ਆਈਡੀਆਜ਼ ਨਹੀਂ ਆਫਰ ਕੀਤੀ, ਬੈਸਟ ਸਰਵਿਸ ਨਹੀਂ ਆਫਰ ਕੀਤੀ, 9ਵੇਂ ਸਾਲ ਤੱਕ ਉਸ ਤੋਂ ਆਸ ਕਰਨੀ ਕਿ ਕੋਈ ਬ੍ਰਾਈਟ ਜਾਂ ਨਵਾਂ ਆਈਡੀਆ ਕੱਢ ਕੇ ਲਿਆਊ ਤੇ ਉਹਦੇ ਨਾਲ ਉਹ ਮਤਲਬ ਅਸੀਂ ਕਮਾਲ ਕਰ ਦੇਣੀ ਹੈ, ਇਹ ਗੱਲ ਗਲਤ ਹੋ ਜਾਣੀ ਹੈ। 8 ਸਾਲ ਬਹੁਤ ਹੁੰਦੇ ਆ। ਦੂਸਰੀ ਗੱਲ ਇਹ ਕਿ 8 ਸਾਲ ਉਹਨਾਂ ਨੇ ਉੱਥੇ ਗੁਜ਼ਾਰੇ ਹੈ ਜੋ ਕਿ ਕੈਨੇਡਾ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਇਹ ਸਭ ਤੋਂ ਵੱਡੇ ਤੁਹਾਨੂੰ ਲਰਨਿੰਗ ਨਾ, ਤੁਸੀਂ ਲਾਈਕ ਇਫ ਯੂ ਡੋਂਟ ਹੈਵ ਇਨਫੋਰਮੇਸ਼ਨ ਦੈਨ ਯੂ ਕੈਨਟ ਐਕਟ ਔਨ ਇਟ। ਯੂ ਹੈਵ 8 years ਆਫ ਵੈਰੀ ਐਕਟਿਵ proactive, ਤੁਹਾਨੂੰ ਲੀਗਲ ਸਪੋਰਟ, ਤੁਹਾਨੂੰ ਪੋਲੀਟੀਕਲ ਏਜੰਡਾ, ਤੁਹਾਨੂੰ ਗਲੋਬਲ ਇਕੋਨਮੀ ਦੀ ਗਲੋਬਲ ਮਤਲਬ ਹਰ ਕਿਸਮ ਦੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈ ਉੱਥੇ ਤੁਹਾਨੂੰ ਸਪੋਰਟ ਹੋ ਰਹੀ ਹੈ। 8 ਸਾਲ ਤੁਸੀਂ ਕਿਸੇ ਕਾਲਜ 'ਚ ਗਏ ਆ ਤੇ ਹੁਣ ਤੁਹਾਨੂੰ ਹਜੇ ਕੋਈ ਲੱਗਦਾ ਕਿ ਹਾਂ ਮੈਨੂੰ ਇੱਕ ਇੱਕ ਹੋਰ ਸਾਲ ਦਿਓ, ਮੈਂ ਫਿਰ ਕੰਮ ਕਰੂੰ। ਸੋ ਇਸ ਕਰਕੇ ਇੱਕ ਤਾਂ ਆਪਾਂ ਇਹ ਚਾਹੁੰਦੇ ਹਾਂ ਕਿ 8 ਸਾਲ ਬਹੁਤ ਹੁੰਦੇ ਆ ਜੇ ਆਪਾਂ ਪਬਲਿਕ ਸਰਵਿਸ ਕਰਨੀ ਹੈ, ਤੇ ਉਸ ਤੋਂ ਬਾਅਦ ਇਹ ਜ਼ਰੂਰੀ ਬਣ ਜਾਂਦਾ ਜੇ ਖਾਸ ਕਰਕੇ ਆਪਾਂ 145 ਸਾਲ ਜਾਂ 150 ਸਾਲ ਨਹੀਂ ਵੇਟ ਕਰਨਾ ਚਾਹੁੰਦੇ ਔਰਤਾਂ ਦੇ ਲਈ, ਤਾਂ ਇਹ ਜ਼ਰੂਰੀ ਹੋ ਜਾਣਾ ਕਿਉਂਕਿ ਬਹੁਤੇ 70% ਤੋਂ ਵੱਧ ਮਰਦ ਬੈਠੇ ਐਮਪੀ ਪੋਜੀਸ਼ਨਸ ਤੇ। ਜੇ ਉਹਨਾਂ ਚੋਂ ਬਹੁਤੇ ਟਰਮ ਜਿਨ੍ਹਾਂ ਨੇ ਕੀਤੀਆਂ ਹੋਈਆਂ, ਜੇ ਉਹ ਅਗਲੀ ਵਾਰੀ ਨਹੀਂ ਉਹਨਾਂ ਨੂੰ ਪਾਰਟੀ ਕਹੂਗੀ ਤੁਸੀਂ ਵੀ ਰਨ ਕਰੋ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਪਾਰਟੀ ਕੋਲੇ ਵਿਨਿੰਗ ਸੀਟਸ ਦੇ ਉੱਤੇ ਹੁਣ ਇੱਕ ਔਰਤ ਨੂੰ ਥਾਂ ਦੇਣ ਦਾ ਉਹਨਾਂ ਕੋਲੇ ਇੱਕ ਅਵੇਲੇਬਿਲਿਟੀ ਹੋਗੀ। ਅਦਰਵਾਈਜ਼ ਜਿੱਤਾ ਕੋਈ ਬੰਦਾ ਹੈਗਾ ਆਲਰੇਡੀ 4 ਟਰਮ ਜਿੱਤ ਚੁੱਕਿਆ, ਉਹਨਾਂ ਨੂੰ 5ਵੀਂ ਕਿਉਂ ਨਹੀਂ ਜਿਤਾਉਣਗੇ? ਉਹ ਅਗਲਾ ਕਹਿੰਦਾ ਭਾਈ ਇਹ ਵਧੀਆ ਜਿੱਤਦਾ, ਇਹਨੂੰ ਪਰਖਿਆ ਘੋੜਾ, ਆਪਾਂ ਇਸੇ ਨੂੰ ਅਗਲੀ ਵਾਰੀ ਰੇਸ ਤੇ ਲਾਉਨੇ ਹੈ ਨਾ। ਪਰ ਜਦੋਂ ਕਿਸੇ ਪਾਰਟੀ ਨੂੰ ਇਹ ਪਤਾ ਲੱਗ ਜਾਣਾ ਕਿ 2 ਟਰਮ ਹੀ ਕਰਨਾ, ਹੁਣ ਉਹ ਕੀ ਕਰੂਗੀ ਪਾਰਟੀ? ਦੈਟ ਮੀਨਸ ਦ ਪਾਰਟੀ ਵਿਲ ਵਰਕ ਵਿਦ ਦ ਪੀਪਲ, ਰਾਈਟ? ਤੇ ਹਰ ਇੱਕ ਪਾਰਟੀ ਦੇ ਵਿੱਚ ਇਹ ਨਹੀਂ ਮੈਂ ਕਹਿੰਦੀ ਕਿਤੋਂ ਬਾਹਰੋਂ ਕੱਢ ਲੈਣ ਉਹ ਔਰਤਾਂ, ਕਿਤੋਂ ਬਾਹਰੋਂ ਲੱਭ ਲੈਣ। ਈਚ ਪਾਰਟੀ ਹੈਜ਼ tons of women who volunteer with them. ਜੇ ਉਹਨਾਂ ਨੂੰ ਲੱਗਦਾ ਕਿ ਤੋਂ ਬਾਹਰੋਂ ਲੱਭਣ ਨਾਲੋਂ ਸਾਨੂੰ ਔਖਾ ਹੋ ਜਾਣਾ ਭਾਈ ਹੈ ਨਾ, ਉਹਦਾ ਪਤਾ ਨਹੀਂ ਆ ਨਹੀਂ ਉਹ ਨਹੀਂ, ਔਰਤਾਂ ਆਲਰੇਡੀ ਵੋਲੰਟੀਅਰ ਵਰਕ ਕਰ ਰਹੀਆਂ, ਲੀਡਰਸ਼ਿਪ ਕਰ ਰਹੀਆਂ, ਤੇ ਜੇ ਨਹੀਂ ਕਰ ਰਹੀਆਂ ਤਾਂ ਉਹ ਲੋਕਾਂ ਤੱਕ ਰੀਚ ਆਊਟ ਕਰੂਗੀ ਹੁਣ ਈਚ ਪਾਰਟੀ ਕਿ ਓਕੇ ਪਲੀਜ਼ ਸਾਡੇ ਕੋਲੇ ਆ ਕੇ ਸਾਡੇ ਨਾਲ ਵੋਲੰਟੀਅਰ ਕਰੋ, ਸਾਡੇ ਨਾਲ ਲੀਡਰਸ਼ਿਪ ਕਰੋ। ਸੋ ਦੈਟ ਮੀਨਸ ਇਟ ਵਿਲ ਬਿਕਮ ਐਨ ਇਸ਼ੂ ਐਂਡ ਪ੍ਰਾਇੋਰਿਟੀ of each party now to reach out. ਇਹ ਨਹੀਂ ਹੈਗਾ ਕਿ ਹੁਣ ਔਰਤ ਬਹੁਤ ਜ਼ਿਆਦਾ ਔਖੀ ਸਿੱਧੀ ਹੋ ਕੇ ਉਸ ਥਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰੇ, ਹੁਣ ਪਾਰਟੀਆਂ ਲੱਭਣਗੀਆਂ। ਸੋ ਜਦੋਂ ਉਹਨਾਂ ਦੀ ਮੈਂਡੇਟ ਹੋ ਜਾਣੀ ਆ then they will be very interactive, they will make every effort to reach out to the women who will be credible, who will speak their language. And I think that is why it's important that we ask each party to really consider 2 terms at the most. ਅੱਛਾ ਮੇਰਾ ਇਹ ਤਾਂ ਔਰਤਾਂ ਦੀ ਗੱਲ ਹੋ ਗਈ। ਵਾਟ ਅਬਾਊਟ ਵੂਮਨ ਆਫ ਕਲਰ? ਤੁਸੀਂ ਚਾਹੁੰਦੇ ਹੋ ਕਿ ਕੁਝ ਇਹੋ ਜਿਹਾ ਵੀ ਪਾਰਟੀਜ਼ ਦੇ ਵਿੱਚ ਹੋਵੇ, ਕੋਈ ਰਾਖਵੀਆਂ ਸੀਟਸ ਰੱਖੀਆਂ ਜਾਣ ਜਿਹਦੇ ਉੱਤੋਂ ਵੂਮਨ ਆਫ ਕਲਰਸ ਨੂੰ ਹੀ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲੇ? ਕਿਉਂਕਿ ਹੁਣ ਆਪਣੀਆਂ ਕਮਿਊਨਿਟੀਜ਼ ਦੇ ਵਿੱਚ ਆਪਾਂ ਦੇਖੋ, ਆਪਾਂ ਰੇਸ਼ੀਅਲ ਰਿਪਰੈਜ਼ੈਂਟੇਸ਼ਨ ਦੀ ਤਾਂ ਗੱਲ ਕਰ ਲੈਂਦੇ ਹਾਂ, ਪਰ ਆਪਾਂ ਫੀਮੇਲ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਨ ਤੋਂ ਝਿਜਕਦੇ ਹਾਂ, ਰਾਈਟ? ਸੋ ਜਿਹੜੀ ਕਮਿਊਨਿਟੀ ਨੂੰ ਅਸੀਂ ਬਿਲੋਂਗ ਕਰਦੇ ਹਾਂ, ਜੇ ਉਸ ਕਮਿਊਨਿਟੀ ਦੀ ਔਰਤ ਪਾਰਲੀਮੈਂਟ ਦੇ ਵਿੱਚ ਬੈਠ ਕੇ ਡਿਸੀਜਨਸ ਲੈ ਰਹੀ ਆ, ਫੈਸਲੇ ਲੈ ਰਹੀ ਆ, ਫੈਸਲਾ ਕੁੰਨ ਪੋਜੀਸ਼ਨ ਤੇ ਬੈਠੀ ਆ, ਤਾਂ ਇਹ ਮਾਣ ਵਾਲੀ ਗੱਲ ਵੀ ਹੁੰਦੀ ਹੈ। ਔਰ ਸਾਨੂੰ ਇਦਾਂ ਵੀ ਲੱਗਦਾ ਕਿ ਵੀ ਆਰ ਪ੍ਰੋਗਰੈਸਿਵ ਐਜ਼ ਅ ਕਮਿਊਨਿਟੀ, ਵੀ ਆਰ ਪ੍ਰੋਗਰੈਸਿਵ, ਸਾਡੀ ਸੋਚ ਪ੍ਰੋਗਰੈਸਿਵ ਹੈ। ਆਪਾਂ ਨਾ ਬਿਲਕੁਲ ਤੁਸੀਂ ਜਿਹੜੀ ਟਰਮੀਨੋਲੋਜੀ ਯੂਜ਼ ਕੀਤੀ ਮਾਣ ਦੀ ਹੈ ਨਾ, ਤਾਂ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਇਹ ਟਰਮੀਨੋਲੋਜੀ ਫੜਾਈ ਗਈ ਹੈ ਵੀ ਇਹ ਮਾਣ ਵਾਲੀ ਗੱਲ ਹੈ ਨਾ। ਗੱਲ ਮਾਣ ਵਾਲੀ ਤੋਂ ਪਾਰ ਦੀ ਹੈ। ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਲਈ ਤੁਸੀਂ ਪਾਲਿਸੀਜ਼ ਬਣਾਉਣੀਆਂ, ਉਹਨਾਂ ਲੋਕਾਂ ਦਾ ਉੱਥੇ ਹੋਣਾ ਜ਼ਰੂਰੀ ਹੈ। ਇਹ ਮੈਂਡੇਟੋਰੀ ਹੈ। ਇਟ ਇਜ਼ ਅ ਨੈਸੈਸਿਟੀ ਇਫ ਵੀ ਵਾਂਟ ਟੂ ਟੇਕ ਕੈਨੇਡਾ ਟੂ ਦ ਨੈਕਸਟ ਲੈਵਲ। ਵੀ ਸ਼ੁੱਡ ਬੀ ਥਿੰਕਿੰਗ ਇਹ ਸਾਡੀ ਪ੍ਰਾਈਡਫੁਲ ਗੱਲ ਹੈ। ਇਹ ਐਸੈਂਸ਼ੀਅਲ, ਇਹ ਫਾਊਂਡੇਸ਼ਨਲ ਰਿਐਲਿਟੀਜ਼ ਨੇ, ਇਹ ਐਸੈਂਸ਼ੀਅਲ ਜ਼ਰੂਰਤ ਹੈ ਕਿ ਸਿਰਫ ਇੱਕ ਔਰਤ ਨਹੀਂ, ਕਿਉਂਕਿ ਤੁਸੀਂ ਬਿਲਕੁਲ ਸੱਚ ਕਿਹਾ, ਜੇ ਤੁਸੀਂ ਐਕਚੁਅਲੀ ਇਫ ਯੂ ਵਿਲ ਲੁੱਕ ਇਨਟੂ ਪਬਲਿਕ ਸੈਕਟਰ ਔਰ ਪ੍ਰਾਈਵੇਟ ਸੈਕਟਰ, ਜੇ ਤੁਸੀਂ ਗੱਲ ਦੇਖਦੇ ਹੋ in terms of the higher leadership positions, you will see mostly white men. Yes. And then from the last 10-20 years, they have shifted that power to white women. Okay? So, and then the reality is by the time it's going to come to women of color, it's going to be, you know, hundreds of years. We can't wait that long. ਅੱਜ ਜਦੋਂ ਆਪਾਂ ਜਿਹੜੇ ਆਪਾਂ 5 ਨੁਕਤਾ ਜਿਹੜੇ ਪ੍ਰੋਗਰਾਮ ਦੇ ਰਹੇ ਹਾਂ, ਉਹਦੇ ਵਿੱਚ ਅਸੀਂ ਇਹ ਨਹੀਂ ਕਿਹਾ ਵੀ ਸਿਰਫ ਔਰਤਾਂ ਨੂੰ ਦਿਓ, ਕਿਉਂਕਿ ਔਰਤਾਂ ਤਾਂ ਕਈ ਬਹੁਤ ਜਿਹੜੀ ਵਾਈਟ ਵੂਮਨ ਹੈ, ਦੇ ਆਲਰੇਡੀ ਹੈਵ ਬਿਟ ਆਫ ਅ ਪ੍ਰੈਜ਼ੈਂਸ ਆਲਰੇਡੀ ਟੂ ਸੇ।
ਆਪਾਂ ਇਹ ਕਰਦੇ ਹਾਂ ਕਿ ਡਾਇਵਰਸਿਟੀ ਨੂੰ ਰਿਪਰੈਜ਼ੈਂਟ ਕਰੇ ਉਹ ਔਰਤ। ਪਹਿਲੀ ਗੱਲ ਤਾਂ ਉਸ ਜਿਹੜੀ ਹੈ ਉਹਦੀ ਐਥਨਿਕ ਬੈਕਗ੍ਰਾਉਂਡ ਇਜ਼ ਵੈਰੀ ਇੰਪੋਰਟੈਂਟ, ਦੈਟ ਸ਼ੀ ਸ਼ੁੱਡ ਬੀ ਰਿਪਰੈਜ਼ੈਂਟਿੰਗ ਜਿਹੜੇ ਵੇਰੀਅਸ ਐਥਨਿਕ ਬੈਕਗ੍ਰਾਉਂਡਸ ਆ। ਉਸ ਤੋਂ ਬਾਅਦ ਜਿਹੜੀ ਲੈਂਗੁਏਜ ਵੀ ਆ ਉਹਦੀ ਵੇਰੀਅਸ ਲਿੰਗੁਇਸਟਿਕਸ ਬੈਕਗ੍ਰਾਉਂਡ ਹੋਵੇ, ਕਿਉਂਕਿ ਲੈਂਗੁਏਜ ਦੇ ਨਾਲ ਕਲਚਰ ਜੁੜੀ ਹੈ, ਉਸ ਕਲਚਰ ਦੇ ਨਾਲ ਜਿਸ ਮਾਸ਼ਰੇ ਨੂੰ ਉਹ ਬਿਲੋਂਗ ਕਰ ਰਹੇ ਹੈ ਉਸ ਦੀਆਂ ਸਮਝਾਂ ਆਉਂਦੀਆਂ ਹੈ ਨਾ। So ਉਸ ਤੋਂ ਬਾਅਦ ਆਪਾਂ ਇਹ ਵੀ ਗੱਲ ਕਹਿੰਦੇ ਹਾਂ ਕਿ various experience, the recent trend that I have seen is parties are going after hiring or picking up candidates who are lawyers. I mean, that's absolutely beautiful that you are looking for the people who are going to be making the policies. But ਫਿਰ ਤੁਸੀਂ lawyers, ਤੁਸੀਂ ਫਿਰ ਇਹ legal firm run ਕਰੋ ਨਾ. If you're only looking for the lawyers to run as the elected officials, and it is a very horrible way of doing it. Then you go run a legal firm. Don't say it is a political process to represent all people of Canada. All people of Canada means ਜਦੋਂ ਅਸੀਂ ਔਰਤਾਂ ਪਿਕ ਵੀ ਕਰਨੀਆਂ, ਹੋ ਸਕਦਾ ਕੋਈ ਨਰਸਿੰਗ, ਕੋਈ ਮੈਡੀਕਲ ਫੀਲਡ 'ਚ ਹੋਵੇ, ਹੋ ਸਕਦਾ ਕੋਈ ਲੀਗਲ ਫਰਮ ਪ੍ਰੋਗਰਾਮ ਦੇ ਵਿੱਚੋਂ, ਹੋ ਸਕਦਾ ਕੋਈ ਆਪਣੇ ਜਿਸ ਤਰ੍ਹਾਂ RCMP ਜਾਂ ਕੋਈ ਪੁਲਿਸ ਆਫਿਸਰ ਫੀਲਡ 'ਚੋਂ ਹੋਵੇ, ਹੋ ਸਕਦਾ ਕੋਈ ਬ੍ਰੌਡਕਾਸਟਰ ਹੋਵੇ ਤੁਹਾਡੇ ਵਰਗਾ, ਹੈ ਨਾ। ਸੋ ਡਿਫਰੈਂਟ ਉਹਨਾਂ ਦੀ ਬੈਕਗਰਾਉਂਡ ਵੀ essential ਆ, because ultimately what we are looking for is these are the women who are going to sit on the decision making table. Their job is to represent people, variety of people in each constituency, है ना। So अपने लिए absolutely essential है जेड़ा भी leadership table है, जिस table ते उत्ते diverse viewpoint बैठा होगा, ओहो बेहतर ते progressive जेड़ा decision making या policy making ਹੋਊਗੀ। ਇਟ ਇਜ਼ ਐਬਸੋਲੂਟਲੀ ਐਸੈਂਸ਼ੀਅਲ। ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਮੀਰਾ। ਇਹ ਮਾਣ ਵਾਲੀ ਗੱਲ ਨਹੀਂ, ਇਹ ਜ਼ਰੂਰਤ ਵਾਲੀ ਗੱਲ ਹੈ। ਹੁਣ ਤੁਸੀਂ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ, ਕੋਈ ਇਹੋ ਜਿਹਾ ਪੁਆਇੰਟ ਜਿਹੜਾ ਆਪਣੇ ਤੋਂ ਰਹਿ ਗਿਆ ਹੋਵੇ ਇਸ ਗੱਲਬਾਤ ਦੇ ਵਿੱਚ, ਕੋਈ ਅਹਿਮ ਪੁਆਇੰਟ ਹੋਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਹਾਂਜੀ, ਮੈਂ ਸਿਰਫ ਥੈਂਕ ਯੂ ਵੈਰੀ ਮਚ ਫॉर द अपॉर्चुनिटी। ਮੈਂ ਗੱਲ ਕਰਦੀ ਹਾਂ ਕਿ ਵਰਲਡ ਵਾਰ ਜਿਹੜੀ ਪਹਿਲੀ ਸੀ ਨਾ, ਉਹਦੇ ਤੇ ਤਕਰੀਬਨ 20,000 ਜਿਹੜੇ ਬੰਦੇ ਸੀਗੇ ਉਹ ਮਾਰਤੇ ਸੀ, ਵਿੱਚੇ ਹੀ ਮਿਲਟਰੀ ਤੇ ਵਿੱਚੇ ਸਿਵਿਲੀਅਨ। ਸੈਕੰਡ ਵਰਲਡ ਵਾਰ ਜਿਹੜੀ ਸੀ ਉਹਦੇ ਤੇ 80 ਮਿਲੀਅਨ ਸੀਗੇ, ਹੈ ਨਾ, ਵਿੱਚੇ ਸਟਾਰਵੇਸ਼ਨ, ਵਿੱਚੇ ਇਹਨਾਂ ਨੇ ਮੈਸੇਕਰ, ਜੈਨੋਸਾਈਡ ਕੀਤਾ, ਵਿੱਚੇ ਸਾਰਾ ਕੁਝ ਕਰਾ ਕੇ, ਤੇ ਬਾਕੀ ਹੋਰ ਵਿਚਲੇ ਤੁਹਾਨੂੰ ਮੈਂ ਹਜ਼ਾਰਾਂ ਮਿਲੀਅਨ ਜਿਹੜੇ ਹੋਰ ਕਿੰਨੇ ਮਿਲੀਅਨਸ ਆ ਮੈਂ ਤੁਹਾਨੂੰ ਬੜਾ ਸਕਦੀ ਹਾਂ 1919 ਤੋਂ ਲੈ ਕੇ 1940 ਤੱਕ, ਹੈ ਨਾ। ਇਹ ਰੀਅਲਾਈਜ਼ ਕਰ ਲਈਏ ਕਿ ਹੁਣ ਤੱਕ ਦੀ ਲੀਡਰਸ਼ਿਪ ਸੀ ਜਿਹੜੀ ਸਿਰਫ ਬੰਦਿਆਂ ਦੇ ਹੱਥ ਦੇ ਵਿੱਚ ਸੀ। ਇਮੈਜਿਨ ਹੀ ਕਰ ਲਓ ਕਿ ਜੇ ਇਹ ਔਰਤ ਨੇ ਲੀਡਰਸ਼ਿਪ ਕੀਤੀ ਹੁੰਦੀ ਤੇ ਇੰਨੇ ਮਿਲੀਅਨ ਲੋਕ ਮਾਰ ਦਿੱਤੇ ਹੁੰਦੇ, ਤਾਂ ਕੀ ਆਪਾਂ ਉਹਨਾਂ ਨੂੰ ਹਜੇ ਵੀ ਕਹਿੰਦੇ ਵੀ ਹਾਂ ਨਹੀਂ ਤੁਸੀਂ ਕੰਟੀਨਿਊ ਕਰੋ ਇਸ ਜੌਬ ਤੇ, ਕਿਉਂਕਿ ਤੁਸੀਂ ਬਹੁਤ ਇਫੈਕਟਿਵਲੀ ਲੀਡ ਕੀਤਾ ਤੇ ਅਸੀਂ ਬੰਦਿਆਂ ਨੇ ਨਹੀਂ ਕਰਨਾ ਇਸ ਚੀਜ਼ ਨੂੰ, ਹੈ ਨਾ। ਜਦੋਂ ਐਨੀ ਟਾਈਮ ਯੂ ਰਨਿੰਗ ਅ ਸਮਾਲ ਲਿਟਲ ਪ੍ਰੋਜੈਕਟ, when the leader is not doing the job, we take them off. So right now ਆਪਾਂ ਇਹ ਨਹੀਂ ਕਹਿੰਦੇ ਕਿ ਬੰਦਿਆਂ ਨੂੰ ਬਿਲਕੁਲ ਲੀਡਰਸ਼ਿਪ ਦੇ ਵਿੱਚੋਂ ਕੱਢ ਲਓ, because we are the one who are looking for equality. ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਹੀ ਦੇ ਦਿਓ ਸਾਰਾ 100%. ਸੋ ਮੈਂ ਇਹ ਕਹਿੰਦੀ ਹਾਂ ਕਿ ਆਪਾਂ ਜੇ ਔਰਤਾਂ ਦੇ ਹੱਕ ਮਿਲੇ, ਜਿੱਥੇ ਚਾਈਲਡ ਕੇਅਰ ਵੀ, ਜਿਸ ਤਰ੍ਹਾਂ ਕਿ ਬੱਚਿਆਂ ਨੂੰ 7 ਸਾਲ ਦਾ ਬੱਚਾ ਇੱਥੇ ਫੁੱਲ ਟਾਈਮ ਜੌਬ ਕਰਦਾ ਸੀ ਇੱਥੇ ਕੈਨੇਡਾ ਦੇ ਵਿੱਚ 1920 ਤੱਕ, ਹੈ ਨਾ। ਤੇ ਸੋ ਇਸ ਤਰ੍ਹਾਂ ਕਰਕੇ ਕਿੰਨੇ ਪ੍ਰੋਗਰੈਸਿਵ ਜਿਹੜੇ ਵੀ ਪ੍ਰੋਗਰੈਸਿਵ ਲਾਜ਼ ਆਏ ਹੈ ਉਹ ਇਸ ਕਰਕੇ ਆਏ ਹੈ ਕਿਉਂਕਿ ਔਰਤ ਨੂੰ ਵੋਟ ਦਾ ਹੱਕ ਮਿਲਿਆ। ਇਸ ਕਰਕੇ ਜ਼ਰੂਰੀ ਹੈ ਕਿ ਆਪਾਂ ਇਹ ਸੋਚੀਏ ਕਿ ਔਰਤ ਨੂੰ ਡਿਸੀਜਨ ਮੇਕਿੰਗ ਟੇਬਲ ਤੇ ਦਿਓ। ਇਸ ਦਾ ਖਾਸ ਫਾਇਦਾ ਮਿਡਲ ਕਲਾਸ ਨੂੰ ਹੋਣਾ, ਇਹ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਹਾਈ ਕਲਾਸ ਨੂੰ ਉਹਦਾ ਕੋਈ ਫਰਕ ਨਹੀਂ ਪੈਣਾ, ਮਿਡਲ ਕਲਾਸ ਨੂੰ ਫਰਕ ਪੈਣਾ ਜੇ ਔਰਤ ਕੰਮ ਤੇ ਉਹਨੂੰ ਬਿਹਤਰ ਪ੍ਰੋਡਕਸ਼ਨ, ਉੱਥੇ ਉਹਦੀ ਪ੍ਰੋਟੈਕਸ਼ਨ ਜ਼ਿਆਦਾ ਹੈ, ਉਸਨੂੰ ਬਿਹਤਰ ਤਰੀਕੇ ਦੇ ਨਾਲ ਉਹਦੇ ਲਈ ਇੰਪਲੋਇਮੈਂਟ ਲਾਜ਼ ਬਣੇ ਰਹੇ ਨੇ, ਉਸਦੇ ਲਈ ਮੈਡੀਕਲ ਸਿਸਟਮ, ਚਾਈਲਡ ਕੇਅਰ ਸਿਸਟਮ, ਜਿਹੜੇ ਸਾਰੇ ਸਿਸਟਮ ਤੇ ਜਿੱਥੇ ਵੂਮੈਨ ਸ਼ੁੱਡ ਸਪੀਕ ਬੈਟਰ, ਮੈਨ ਵੁੱਡ ਨਾਟ ਨੋ ਬੱਚਿਆਂ ਦਾ ਕਿੱਦਾਂ, ਲਾਈਕ I'm saying in general, not every man can't speak it, but in general ਜਿਹੜੀਆਂ ਸਾਡੇ ਇਸ਼ੂਜ਼ ਨੇ, let us look, take care of them. so ਸਭ ਤੋਂ ਜ਼ਿਆਦਾ ਫਾਇਦਾ ਮਿਡਲ ਕਲਾਸ ਆਦਮੀਆਂ ਨੂੰ ਹੋਣਾ ਜੇ ਉਹਨਾਂ ਦੀਆਂ ਔਰਤਾਂ ਨੂੰ, ਜੇ ਉਹਨਾਂ ਦੀਆਂ ਬੱਚੀਆਂ ਨੂੰ ਬਿਹਤਰ ਪੜ੍ਹਾਈ ਦੇ, ਬਿਹਤਰ ਜੌਬ ਦੀਆਂ ਓਪਰਚੁਨਿਟੀਜ਼ ਜਿਹੜੀਆਂ ਹੈਗੀਆਂ ਮਿਲਣਗੀਆਂ, because there are better policies that are being made. So thank you very much for this opportunity. ਤੇ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਹਰ ਕੋਈ ਬੰਦਾ ਇਸ ਤੇ ਆਪਣੇ ਘਰ 'ਚ ਬੈਠੇ ਛੋਟੀ ਜਿਹੀ ਗੱਲਬਾਤ ਤੋਰੇ
ਤੇ ਆਪਾਂ ਹੌਲੀ-ਹੌਲੀ ਇਕੱਠੇ ਹੋ ਕੇ ਹੀ ਇਸ ਚੀਜ਼ ਨੂੰ ਆਪਾਂ ਆਪਣੇ ਕੈਨੇਡਾ ਨੂੰ ਬਿਹਤਰ ਬਣਾ ਸਕਦੇ ਹਾਂ। ਬਿਲਕੁਲ ਮੀਰਾ, ਮੈਂ ਵੀ ਉਮੀਦ ਕਰਦੀ ਹਾਂ, ਮੈਨੂੰ ਦਿਖ ਰਿਹਾ ਕਿ ਤਬਦੀਲੀ ਆਊਗੀ, ਚੇਂਜਸ देयर, ਇਨਫੈਕਟ ਚੇਂਜਸ ਅਰਾਊਂਡ ਦ ਕਾਰਨਰ, ਐਂਡ ਬਸ ਇਟਸ ਅ ਮੈਟਰ ਆਫ ਟਾਈਮ। ਹੁਣ ਤਾਂ ਸਿਰਫ ਇਹੀ ਰਹਿ ਗਿਆ ਵੀ ਹੁਣ ਕਦੋਂ ਐਲਾਨ ਹੋਣੇ ਸ਼ੁਰੂ ਹੋ ਜਾਣ ਤੇ ਅਸੀਂ ਦੇਖੀਏ ਕਿ ਵੱਧ ਤੋਂ ਵੱਧ ਔਰਤਾਂ ਜਿਹੜੀਆਂ ਖਾਸ ਕਰਕੇ ਵੂਮਨ ਆਫ ਕਲਰ ਹੈਗੀਆਂ ਨੇ ਉਹਨਾਂ ਨੂੰ ਬਤੌਰ ਕੈਂਡੀਡੇਟਸ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ। ਮੀਰਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਸ਼ਾਮਿਲ ਹੋਏ ਔਰ ਬੜੀ ਵਧੀਆ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਥੈਂਕ ਯੂ ਸੋ ਮਚ। Pleasure. Thank you so much. Thank you.